ਅੱਜ ਦੀ ਕਲਾਸ ਦੇ ਵਿੱਚ ਬੇਟਾ ਆਪਾਂ 8th ਕਲਾਸ ਦਾ ਜੋ ਮੈਥਮੈਟਿਕਸ ਦਾ ਨੈਕਸਟ ਸੈਂਪਲ ਪੇਪਰ 3 ਹੈ ਉਸ ਨੂੰ ਸੋਲਵ ਕਰਾਂਗੇ। ਤਾਂ ਇਹਨਾਂ ਕੁਐਸਚਨਾਂ ਨੂੰ ਕਰਨਾ ਤਾਂ ਵੀ ਜ਼ਰੂਰੀ ਹੈ ਬੇਟਾ, ਜਿਹੜਾ ਟਰਮ 1 ਦੇ ਐਗਜ਼ਾਮੀਨੇਸ਼ਨ ਤੁਹਾਡੇ ਹੋਣੇ ਹੈ ਨਵੰਬਰ ਦੇ ਲਾਸਟ ਦੇ ਵਿੱਚ, ਉਹਨਾਂ ਦੇ ਵਿੱਚ ਵੀ MCQ ਹੀ ਆਉਣੇ ਆ। ਆਪਾਂ ਨੂੰ ਮਲਟੀਪਲ ਚੋਇਸ ਕੁਐਸਚਨ ਹੀ ਆਉਣੇ ਆ। ਇੱਕ ਕੁਐਸਚਨ ਦੇ ਸਾਨੂੰ 4 ਆਨਸਰ ਦਿੱਤੇ ਹੋਣਗੇ, ਇੱਕ ਅਸੀਂ ਉੱਤਰ ਦੱਸਣਾ ਹੋਊਗਾ। ਇਸ ਕਰਕੇ ਇਹਨਾਂ ਕੁਐਸਚਨਾਂ ਦੀ ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ, ਤੁਹਾਡਾ ਜਿਹੜਾ ਐਨੂਅਲ ਐਗਜ਼ਾਮ ਹੈ ਉਹਨਾਂ ਦੀ ਤਿਆਰੀ ਵੀ ਨਾਲ ਹੋ ਰਹੀ ਹੈ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਪਹਿਲਾ ਕੁਐਸਚਨ ਦੇਖੋ ਕੀ ਹੈ। ਜਦੋਂ ਇੱਕ ਨਵਾਂ ਪੁਲ ਬਣਾਇਆ ਗਿਆ ਤਾਂ ਇੱਕ ਬੱਸ ਦੁਆਰਾ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੀ ਯਾਤਰਾ ਕਰਨ ਲਈ ਔਸਤ ਸਮਾਂ 50 ਮਿੰਟ ਤੋਂ ਘੱਟ ਕੇ 40 ਮਿੰਟ ਹੋ ਜਾਂਦਾ ਹੈ। ਦੋ ਸ਼ਹਿਰਾਂ ਦੇ ਵਿੱਚ ਯਾਤਰਾ ਕਰਨ ਵਿੱਚ ਲਏ ਗਏ ਸਮੇਂ ਵਿੱਚ ਕਿੰਨੇ ਪ੍ਰਤੀਸ਼ਤ ਕਮੀ ਆਈ? ਤਾਂ ਦੇਖੋ ਪਹਿਲਾ ਜਿਹੜਾ ਸਮਾਂ ਸੀਗਾ ਉਹ 50 ਮਿੰਟ ਸੀਗਾ ਲੱਗਦਾ, ਤੇ ਹੁਣ ਉਹ ਘਟ ਕੇ ਕਿੰਨਾ ਸਮਾਂ ਲੱਗਦਾ ਸਾਡੇ ਕੋਲੇ 40 ਮਿੰਟ। ਤਾਂ ਜਿਹੜੀ ਇੱਥੇ ਕਮੀ ਹੋਈ ਪਹਿਲਾਂ ਉਹ ਲਿਖਦੇ ਹਾਂ ਆਪਾਂ। ਸਾਨੂੰ ਕੀ ਅਸੀਂ ਕਮੀ ਪਤਾ ਕਰਦੇ ਹਾਂ, 50 ਮਿੰਟ ਪਹਿਲਾਂ ਲੱਗਦੇ ਸੀ, ਉਹਦੇ ਵਿੱਚੋਂ 40 ਮਿੰਟ ਘਟਾ ਦੇ ਤਾਂ 10 ਮਿੰਟਾਂ ਦੀ ਕੀ ਹੋ ਗਈ? ਕਮੀ ਹੋ ਗਈ। ਤਾਂ ਸਾਨੂੰ ਕਮੀ ਨਹੀਂ ਪੁੱਛੀ ਹੋਈ, ਸਾਨੂੰ ਪੁੱਛਿਆ ਹੋਇਆ ਕਿੰਨੇ ਪ੍ਰਤੀਸ਼ਤ ਕਮੀ ਹੋਈ। ਅਸੀਂ ਜਿਹੜਾ ਆਨਸਰ ਹੈ ਉਹ ਪਰਸੈਂਟੇਜ ਦੇ ਵਿੱਚ ਕੱਢਣਾ ਹੈ, ਅਸੀਂ ਪ੍ਰਤੀਸ਼ਤ ਕਮੀ ਕੱਢਣੀ ਹੈ। ਤਾਂ ਪ੍ਰਤੀਸ਼ਤ ਕਮੀ ਕਿਵੇਂ ਕੱਢੀ ਜਾਂਦੀ ਹੈ? ਜਿੰਨੀ ਕਮੀ ਹੋਈ, ਠੀਕ ਹੈ, ਬਟਾ ਸ਼ੁਰੂ ਦੇ ਵਿੱਚ ਜਿਹੜੀ ਵੈਲਿਊ ਸੀ, ਸਟਾਰਟਿੰਗ ਤੇ ਜਿਹੜਾ ਟਾਈਮ ਲੱਗਦਾ ਸੀ ਉਹ ਲਿਖਣਾ ਹੁੰਦਾ, ਬਟਾ ਕੀ ਲਿਖਣਾ? ਸ਼ੁਰੂ ਵਿੱਚ ਜਿਹੜਾ ਸਮਾਂ ਲੱਗਦਾ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ ਉਹ ਲਿਖਣਾ ਹੈ ਗੁਣਾ 100। ਤਾਂ ਇਹ ਸਾਡਾ ਮੈਥਡ ਹੋ ਗਿਆ। ਤਾਂ ਕਮੀ ਸਾਡੇ ਕੋਲੇ ਕਿੰਨੇ ਦੀ ਹੋਈ ਹੈ? 10 ਦੀ, ਬਟਾ ਸ਼ੁਰੂ ਦੇ ਵਿੱਚ ਸਮਾਂ ਕਿੰਨਾ ਲੱਗਦਾ ਸੀ? 50 ਮਿੰਟ ਗੁਣਾ 100, ਕਿਉਂਕਿ ਸਟਾਰਟਿੰਗ 'ਚ 50 ਮਿੰਟ ਦਾ ਸਮਾਂ ਹੀ ਲੱਗਦਾ ਸੀਗਾ। ਦੇਖੋ ਤਾਂ ਇੱਥੇ ਕੀ ਸੀਗਾ, ਹੁਣ ਦੇਖੋ 0 ਨਾਲ 0 ਇੱਕ ਕੱਟਤੀ, 5 ਏਕਮ 5, 5 ਦੂਣੀ 10, 2 ਦੀ 10 ਨਾਲ ਗੁਣਾ ਕੀਤੀ, ਕਿੰਨਾ ਆ ਗਿਆ? 20%। ਤਾਂ ਕਿੰਨੇ ਪਰਸੈਂਟ ਕਮੀ ਹੋਈ? 20% ਸਮੇਂ ਦੇ ਵਿੱਚ ਕਮੀ ਹੋ ਗਈ। ਤਾਂ ਜਿਹੜਾ ਸੈਕਿੰਡ ਆਨਸਰ ਹੈ ਉਹ ਸਾਡਾ ਕੀ ਹੈ? ਰਾਈਟ ਆਨਸਰ ਹੈ। ਚਲੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਇਹਦਾ ਸਕਰੀਨਸ਼ਾਟ ਲੈ ਲਿਆ ਕਰੋ ਬੇਟਾ ਤੁਸੀਂ ਕਾਪੀ ਤੇ, ਫਿਰ ਉਸਨੂੰ ਨੋਟ ਕਰ ਲਿਆ ਕਰੋ। ਦੂਸਰਾ ਸਾਡਾ ਪ੍ਰਸ਼ਨ ਹੈ, ਦੇਖੋ ਇੱਕ ਲੜਕੀ ਨੇ ਇੱਕ ਚੱਕਰ ਦੇ ਅੱਧੇ ਹਿੱਸੇ ਦੇ 1/3 ਭਾਗ ਨੂੰ ਰੰਗ ਕੀਤਾ ਗਿਆ। ਹੇਠ ਲਿਖਿਆਂ ਵਿੱਚੋਂ ਕਿਹੜਾ ਉਸ ਚੱਕਰ ਨੂੰ ਦਰਸਾਉਂਦਾ ਹੈ ਜਾਂ ਦਿਖਾਉਂਦਾ ਹੈ ਜੋ ਉਸਨੇ ਰੰਗ ਕੀਤਾ? ਤਾਂ ਦੇਖੋ ਪਹਿਲਾ ਜਿਹੜਾ ਡਾਇਗਰਾਮ ਆ ਉਸ ਦੇ ਵਿੱਚ ਦੇਖੋ ਆਪਾਂ ਇੱਥੇ ਚੱਕਰ ਨੂੰ ਅੱਧਾ ਕਰਤਾ, ਔਰ ਅੱਧੇ ਦੇ ਵਿੱਚੋਂ ਦੇਖੋ 3 ਹਿੱਸੇ ਸੀ, ਉਹਨਾਂ ਦੇ ਵਿੱਚੋਂ ਇੱਕ ਦੇ ਵਿੱਚ ਕੀ ਭਰਿਆ ਹੋਇਆ? ਰੰਗ ਭਰਿਆ ਹੋਇਆ, ਬਲੈਕ ਕਲਰ ਕੀਤਾ ਹੋਇਆ। ਤਾਂ ਜਿਹੜਾ ਇਹ ਹਿੱਸਾ ਹੈਗਾ 3 ਦੇ ਵਿੱਚੋਂ ਇੱਕ ਨੂੰ ਕਲਰ ਕੀਤਾ ਹੋਇਆ, ਦਾ ਮਤਲਬ ਕਿ ਇਹ 1/3 ਹੈ। ਜੇ ਆਪਾਂ ਦੂਸਰੇ ਤਰੀਕੇ ਨਾਲ ਵੀ ਦੇਖੀਏ, 1/2 ਦਾ ਜਦੋਂ ਅਸੀਂ 1/3 ਕਰਦੇ ਹਾਂ, 1/2 ਦਾ 1/3 ਕਰਦੇ ਹਾਂ ਤਾਂ ਕਿੰਨਾ ਹੋਊਗਾ? 1/2 ਗੁਣਾ 1/3 1/6, ਯਾਨੀ 6 ਦੇ ਵਿੱਚੋਂ ਇੱਕ ਚੱਕਰ ਨੂੰ ਇੱਕ ਹਿੱਸੇ ਨੂੰ ਰੰਗ ਕੀਤਾ ਹੋਣਾ ਚਾਹੀਦਾ ਹੈ। ਤਾਂ ਇੱਥੇ ਕੀਤਾ ਹੋਇਆ ਦੇਖੋ 6 ਹਿੱਸੇ ਸੀ ਸਾਰੇ, ਇੱਕ ਨੂੰ ਰੰਗ ਕੀਤਾ ਹੋਇਆ, ਇਹੀ ਸਾਡਾ ਕੀ ਹੈ? ਆਨਸਰ ਹੈ। ਪਹਿਲਾ ਆਪਸ਼ਨ ਹੀ ਸਾਡਾ ਰਾਈਟ ਆਨਸਰ ਹੈ। ਅੱਗੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇੱਕ ਲੜਕੀ ਨੇ ਕਮੀਜ਼ ਲਈ 1/2 ਮੀਟਰ ਕੱਪੜਾ ਅਤੇ ਕੁੜਤੇ ਲਈ 2/1/3 ਮੀਟਰ ਕੱਪੜਾ ਖਰੀਦਿਆ। ਪਹਿਲਾਂ ਦੇਖੋ 1/1/2 ਜਿਹੜਾ ਕੱਪੜਾ ਹੈ ਉਹ ਖਰੀਦਿਆ ਹੋਇਆਗਾ ਕਮੀਜ਼ ਲਈ, ਔਰ ਦੂਸਰਾ ਜਿਹੜਾ ਕੱਪੜਾ ਸੀਗਾ 2/1/3 ਉਹ ਖਰੀਦਿਆ ਹੋਇਆ ਕੁੜਤੇ ਲਈ। ਤਾਂ ਉਸਨੇ ਕੁੱਲ ਕਿੰਨਾ ਕੱਪੜਾ ਖਰੀਦਿਆ ਸੀ? ਇਹਨਾਂ ਦਾ ਕੀ ਕਰਨਾ ਹੈ? ਜੋੜ ਕਰਨਾ ਹੈ। ਤਾਂ ਹੁਣ ਇਹਨੂੰ ਜੋੜ ਕਰਨ ਦਾ ਤਰੀਕਾ ਦੇਖੋ, ਜਿਹੜਾ 2 ਪੂਰਾ ਹੈ ਔਰ 1 ਪੂਰਾ ਹੈ, ਇਹਨਾਂ ਨੂੰ ਤਾਂ ਸਿੱਧਾ ਹੀ ਜੋੜ ਦਿਓ। 1 ਤੇ 2 ਨੂੰ ਅਸੀਂ ਜਦੋਂ ਜੋੜਾਂਗੇ ਤਾਂ ਕਿੰਨਾ ਹੋ ਗਿਆ ਸਾਡੇ ਕੋਲ? 1 ਤੇ 2 ਇਹ ਕਿੰਨਾ ਬਣ ਗਿਆ? 3 ਬਣ ਗਿਆ। 1 ਤੇ 2 ਕਿੰਨਾ ਬਣ ਗਿਆ? 3। ਇਹ ਤਾਂ ਸਿੱਧਾ ਹੀ ਜੁੜ ਗਿਆ, ਦੇਖੋ 3 ਤਾਂ ਡਾਇਰੈਕਟ ਜੁੜ ਗਿਆ, ਔਰ ਜਿਹੜਾ ਬਾਕੀ ਬਚ ਗਿਆ 1/2 ਤੇ 1/3 ਉਹਨੂੰ ਅਸੀਂ ਅਲੱਗ ਜੋੜ ਦਿੰਦੇ ਹਾਂ। 3 ਤੇ 2 ਦਾ ਲਘੁੱਤਮ ਲਓ ਜਾਂ ਤਿਤਲੀ ਵਿਧੀ ਨਾਲ ਕਰ ਲੈਂਦੇ ਆਪਾਂ। 3 ਤੇ 2 ਦੀ ਗੁਣਾ ਹੋ ਜੂਗੀ, 3 ਦੂਣੀ 6, ਇਹਦੀ ਇਹਦੇ ਨਾਲ ਗੁਣਾ ਹੋ ਗਈ, ਫਿਰ 3 ਦੀ 1 ਨਾਲ ਗੁਣਾ ਹੋ ਗਈ, 3 ਏਕਮ 3, ਫਿਰ 2 ਦੀ 1 ਨਾਲ ਗੁਣਾ ਹੋ ਗਈ, 2 ਏਕਮ 2, ਇਹ ਬਣ ਗਿਆ 5/6। ਤਾਂ ਦੇਖੋ 3 ਤਾਂ ਪਹਿਲਾਂ ਹੀ ਪੂਰੇ ਸੀ, 5/6 ਸਾਡੇ ਕੋਲੇ ਹੋਰ ਬਣ ਗਿਆ। ਤਾਂ ਸਾਡਾ ਆਨਸਰ ਕੀ ਹੈ? 3 ਸਹੀ 5/6। ਤਾਂ ਇਹ ਸਾਡਾ ਕੀ ਹੈ? ਰਾਈਟ ਆਨਸਰ ਹੈ। ਜੇ ਤੁਸੀਂ ਦੂਸਰੇ ਤਰੀਕੇ ਨਾਲ ਕਰਨਾ ਹੈ, ਦੂਸਰਾ ਜਿਹੜਾ ਇਹਦਾ ਮੈਥਡ ਹੈ ਦੇਖੋ ਕੀ ਹੈ। ਪਹਿਲਾਂ ਅਸੀਂ 1 ਸਹੀ 1/2 ਹੈ ਜਿਹੜਾ ਉਹਦੀਆਂ ਸਹੀਆਂ ਤੋੜਾਂਗੇ, ਫਿਰ 2 ਸਹੀ 1/3 ਦੀਆਂ ਅਸੀਂ ਸਹੀਆਂ ਤੋੜ ਲਾਂਗੇ, ਠੀਕ ਹੈ। ਇਹਦੀਆਂ ਸਹੀਆਂ ਤੋੜੀਆਂ 2 ਏਕਮ 2 ਤੇ 1 3/2 ਬਣ ਗਿਆ ਇਹ। ਅੱਗੇ ਫਿਰ 3 ਦੂਣੀ 6 ਤੇ 1 7/3 ਬਣ ਗਿਆ, ਸਹੀਆਂ ਤੋੜ ਲਈਆਂ ਅਸੀਂ। ਇੱਥੇ ਤਿਤਲੀ ਵਿਧੀ ਨਾਲ
ਅਸੀਂ ਇਹਨੂੰ ਹੱਲ ਕਰ ਦਾਂਗੇ। ਪਹਿਲਾਂ ਦੇਖੋ ਹੇਠਾਂ ਵਾਲਿਆਂ ਦੀ ਗੁਣਾ ਹੋ ਜਾਂਦੀ ਹੈ, 2 ਤੇ 3 ਦੀ 2 ਤੀਆ ਕਿੰਨਾ ਹੋ ਗਿਆ 6 ਹੋ ਜਾਊਗਾ। ਇਸੇ ਤਰ੍ਹਾਂ ਫਿਰ ਆਹ 3 ਦੀ ਆਹ 3 ਨਾਲ ਗੁਣਾ प्लस 7 ਦੀ 2 ਨਾਲ ਗੁਣਾ, ਤਾਂ ਇਹ ਕਿੰਨਾ ਆ ਗਿਆ 30 30 9 ਤੇ 7 दूनी 14 ਤੇ ਬਟਾ 3 दूनी 6, ਤਾਂ ਇਹ ਸਾਡੇ ਕੋਲੇ ਬਣ ਗਿਆ 23/6। ਹੁਣ ਜਦੋਂ ਇਹਦੀਆਂ ਸਹੀਆਂ ਬਣਾਵਾਂਗੇ ਅਸੀਂ ਤਾਂ ਦੇਖੋ 23 ਨੂੰ 6 ਤੇ ਭਾਗ ਕੀਤਾ, 6 ਤੀਏ 18, ਉੱਤੋਂ ਬਚ ਗਿਆ 5, ਤਾਂ ਇਹ ਸਹੀਆਂ ਕਿੰਨੀਆਂ ਬਣ ਗਈਆਂ 3 ਸਹੀ 5/6, 3 ਸਹੀ 5/6। ਤਾਂ ਇਸ ਤਰੀਕੇ ਨਾਲ ਅਸੀਂ ਕੁਐਸਚਨ ਨੂੰ ਕਰ ਸਕਦੇ ਹਾਂ। ਦੋਨੋਂ ਮੈਥਡ ਈਜੀ ਹੈ ਬੇਟਾ, ਕਿਸੇ ਵੀ ਕੁਐਸਚਨ ਨੂੰ ਤੁਸੀਂ ਕਿਸੇ ਵੀ ਮੈਥਡ ਨਾਲ ਕੁਐਸਚਨ ਨੂੰ ਕਰ ਸਕਦੇ ਹੋ। ਤਾਂ ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਅਗਲਾ ਜਿਹੜਾ ਸਾਡਾ ਪ੍ਰਸ਼ਨ ਹੈ ਦੇਖੋ, ਹੇਠਾਂ ਦਿੱਤੇ ਗਏ ਸਮੇਂ ਵਿੱਚੋਂ ਕਿਹੜਾ ਇੱਕ ਦਿਨ ਦੇ ਬਰਾਬਰ ਹੈ। ਦੇਖੋ ਪਹਿਲਾ ਜਿਹੜਾ ਸਾਡੇ ਕੋਲੇ ਸਮਾਂ ਸੀ 12 ਗੁਣਾ 12 ਘੰਟੇ, ਤਾਂ ਇਹ ਸਾਰਾ 12 ਦੀ 12 ਨਾਲ ਗੁਣਾ ਕੀਤੀ 144 ਘੰਟੇ ਬਣ ਗਏ। ਇੱਕ ਦਿਨ ਦੇ ਵਿੱਚ 144 ਘੰਟੇ ਨਹੀਂ ਹੁੰਦੇ, ਸਾਨੂੰ ਪਤਾ ਕਿੰਨੇ ਘੰਟੇ ਹੁੰਦੇ 24 ਹੁੰਦੇ ਆ ਸਾਰੇ ਦਿਨ ਤੇ ਰਾਤ ਵਿੱਚ, ਠੀਕ ਹੈ। ਇਹ ਨਹੀਂ ਸਾਡਾ ਆਨਸਰ ਹੋ ਸਕਦਾ। ਅੱਗੇ ਚੱਲਦੇ ਹਾਂ ਆਪਾਂ, 24 ਗੁਣਾ 60 ਮਿੰਟ। ਦੇਖੋ 24 ਗੁਣਾ 60 ਮਿੰਟ ਇਹ ਲਿਖਿਆ ਹੋਇਆ। ਹੁਣ ਜਿਹੜਾ 60 ਮਿੰਟ ਦਾ ਸਮਾਂ ਹੁੰਦਾ ਹੈ ਇਹ ਕਿਸ ਦੇ ਬਰਾਬਰ ਹੁੰਦਾ ਹੈ 1 ਘੰਟੇ ਦੇ ਬਰਾਬਰ ਹੁੰਦਾ ਹੈ। ਇਹਨੂੰ ਅਸੀਂ ਲਿਖ ਸਕਦੇ ਹਾਂ 1 ਘੰਟਾ। ਤਾਂ ਹੁਣ 24 ਗੁਣਾ 1 ਘੰਟਾ ਕਿੰਨਾ ਹੋ ਗਿਆ 24 ਏਕਮ, 24 ਘੰਟੇ ਬਣ ਗਏ ਇਹ ਪੂਰੇ। ਕਿੰਨਾ ਬਣ ਗਿਆ 24 ਘੰਟੇ। ਤਾਂ ਸਹੀ ਹੈ, ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਹੁੰਦੇ ਆ 24 ਘੰਟੇ ਹੀ ਹੁੰਦੇ ਆ। ਤਾਂ ਇਹ ਸਾਡਾ ਕੀ ਹੈ ਰਾਈਟ ਆਨਸਰ ਹੈ। ਅਗਲੇ ਸਾਨੂੰ ਆਨਸਰ ਚੈੱਕ ਕਰਨ ਦੀ ਜ਼ਰੂਰਤ ਨਹੀਂ, ਸਾਡਾ ਆਨਸਰ ਆ ਗਿਆ, ਇਹ ਅਸੀਂ ਦੇਖਦੇ ਹੀ ਨਹੀਂ ਗੇ, ਠੀਕ ਹੈ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਪੰਜਵਾਂ ਜਿਹੜਾ ਪ੍ਰਸ਼ਨ ਹੈ ਸਾਡੇ ਕੋਲੇ, ਹੇਠਾਂ ਦਿੱਤੀ ਸੰਖਿਆ ਰੇਖਾ ਨੂੰ ਵੇਖੋ ਅਤੇ ਹੇਠ ਲਿਖਿਆਂ ਵਿੱਚੋਂ ਸਭ ਤੋਂ ਵੱਡਾ ਮੁੱਲ ਕੀ ਹੈ। ਇੱਥੇ ਆਪਣੇ ਕੋਲੇ ਦੇਖੋ 0 ਤੋਂ ਸੱਜੇ ਪਾਸੇ ਜਿਹੜੀ ਵੈਲਿਊ ਹੁੰਦੀ ਹੈ ਉਹ ਪਲੱਸ ਦੀ ਹੁੰਦੀ ਹੈ, ਔਰ ਜਿਹੜੀ 0 ਤੋਂ ਖੱਬੇ ਪਾਸੇ ਵੈਲਿਊ ਹੁੰਦੀ ਹੈ ਬੇਟਾ ਉਹ ਕਾਹਦੀ ਹੁੰਦੀ ਹੈ, ਉਹ ਹੁੰਦੀ ਹੈ ਮਾਈਨਸ ਦੀ। ਇਹ ਜਿਹੜੀ ਵੈਲਿਊ ਹੋਊਗੀ ਖੱਬੇ ਪਾਸੇ ਵਾਲੀ ਉਹ ਕਿਸ ਦੀ ਹੁੰਦੀ ਹੈ ਮਾਈਨਸ ਦੀ ਵੈਲਿਊ ਹੁੰਦੀ ਹੈ। ਜਿਵੇਂ ਮੰਨ ਲੈਂਦੇ ਹਾਂ P ਦੀ ਜਿਹੜੀ ਵੈਲਿਊ ਆ ਅਸੀਂ ਮੰਨ ਲਿਆ -2 ਹੈ, ਔਰ Q ਦੀ ਵੈਲਿਊ ਅਸੀਂ ਮੰਨ ਲੈਂਦੇ ਹਾਂ +2 ਹੈ, ਠੀਕ ਹੈ। ਜਿਹੜੀ ਸੱਜੇ ਹੱਥ ਵੈਲਿਊ ਹੈ 0 ਤੋਂ ਉਹ ਪਲੱਸ ਦੀ ਲੈਣੀ ਹੈ, ਔਰ ਜਿਹੜੀ ਖੱਬੇ ਹੱਥ ਵੈਲਿਊ ਉਹ ਕਾਹਦੀ ਲੈਣੀ ਹੈ ਮਾਈਨਸ ਦੀ। ਹੁਣ ਜਿਹੜਾ ਪਹਿਲਾ ਆਪਸ਼ਨ ਸੀ ਉਹ ਸੀ Q + P, Q ਤੇ P ਨੂੰ ਜੋੜਨਾ। Q ਸਾਡੇ ਕੋਲੇ 2 ਹੈ ਔਰ P ਸਾਡੇ ਕੋਲੇ ਹੈਗਾ -2। ਹੁਣ 2 ਨੂੰ ਤੇ -2 ਨੂੰ ਅਸੀਂ ਜੋੜਾਂਗੇ, 2 ਚੋਂ -2 ਹੋ ਗਿਆ, 2 ਚੋਂ 2 ਘਟਾਇਆ ਕਿੰਨਾ ਹੋ ਗਿਆ 0। ਜੇ Q ਦੇ ਵਿੱਚੋਂ ਅਸੀਂ P ਨੂੰ ਘਟਾਉਣੇ ਹੈ, 2 ਦੇ ਵਿੱਚੋਂ ਅਸੀਂ P ਦੀ ਵੈਲਿਊ ਘਟਾਉਣੀ ਹੈ, P ਦੀ ਵੈਲਿਊ ਕਿੰਨੀ ਹੈ -2। ਹੁਣ ਮਾਈਨਸ ਤੇ ਮਾਈਨਸ ਕੀ ਹੋ ਜੂਗੀ ਪਲੱਸ, ਪਹਿਲਾਂ ਪਲੱਸ ਤੇ ਮਾਈਨਸ ਮਾਈਨਸ ਬਣੀ ਸੀ, ਹੁਣ ਮਾਈਨਸ ਮਾਈਨਸ ਕੀ ਹੋ ਜੂਗਾ ਪਲੱਸ। 2 ਤੇ 2 ਕਿੰਨਾ ਹੋ ਗਿਆ ਇਹ 4। ਅਗਲਾ ਜਿਹੜਾ ਤੀਸਰਾ ਆਪਸ਼ਨ ਹੈ QP, Q ਤੇ P ਦੀ ਗੁਣਾ ਕਰਨੀ ਹੈ। Q ਸਾਡੇ ਕੋਲੇ 2 ਹੈ, P ਸਾਡੇ ਕੋਲੇ -2 ਹੈ, ਤਾਂ ਇਹਨਾਂ ਦੀ ਗੁਣਾ ਕਰਾਂਗੇ, ਮਾਈਨਸ ਦਾ ਸਾਈਨ ਅੱਗੇ ਆ ਗਿਆ, 2 ਦੀ 2 ਨਾਲ ਗੁਣਾ ਕੀਤੀ ਕਿੰਨਾ ਬਣ ਗਿਆ 4। ਅਗਲਾ ਜਿਹੜਾ ਆਪਸ਼ਨ ਹੈ ਸਾਡੇ ਕੋਲੇ Q ਦੀ ਅਸੀਂ P ਨਾਲ ਭਾਗ ਕਰਨੀ ਹੈ। Q ਸਾਡੇ ਕੋਲੇ 2 ਹੈ, P ਸਾਡੇ ਕੋਲੇ -2 ਹੈ। ਹੁਣ ਇਹਨੂੰ ਆਪਾਂ ਭਾਗ ਕਰਾਂਗੇ, 2 ਨਾਲ 2 ਕੱਟਿਆ ਗਿਆ, 2 ਏਕਮ 2, ਤਾਂ ਇਹ ਆ ਗਿਆ -1। ਹੁਣ ਜਿਹੜੀ ਵੈਲਿਊ ਮਾਈਨਸ ਦੀ ਹੁੰਦੀ ਹੈ ਬੇਟਾ ਉਹ ਤਾਂ ਸਭ ਤੋਂ ਛੋਟੀ ਹੁੰਦੀ ਹੈ, ਜਿੰਨਾ ਮਾਈਨਸ ਦਾ ਜ਼ਿਆਦਾ ਹੋਊਗਾ ਓਨਾ ਹੀ ਕੀ ਹੋਊਗਾ ਉਹ ਛੋਟਾ ਹੋਊਗਾ। ਸਾਨੂੰ ਪੁੱਛਿਆ ਸਭ ਤੋਂ ਵੱਡਾ ਮੁੱਲ, ਤਾਂ ਦੇਖੋ ਇਹ ਸਾਡੇ ਦੋਨੋਂ ਉੱਤਰ ਆ ਤਾਂ ਹੋ ਹੀ ਨਹੀਂ ਸਕਦੇ, ਠੀਕ ਹੈ। ਕਿਉਂ? ਕਿਉਂਕਿ ਇਹ ਜਿਹੜੇ ਦੋਨੋਂ ਆਨਸਰ ਕਾਹ 'ਚ ਹੈਗੇ ਮਾਈਨਸ 'ਚ ਹੈ। ਹੁਣ 0 ਤੇ 4 ਚੋਂ ਕੌਣ ਵੱਡਾ, ਤਾਂ 4 ਹੀ ਵੱਡਾ ਸਾਨੂੰ ਪਤਾ ਹੈ, ਤਾਂ ਸਾਡਾ ਆਨਸਰ ਕੀ ਹੋਊਗਾ Q - P। ਤਾਂ ਸੈਕਿੰਡ ਆਪਸ਼ਨ ਸਾਡਾ ਕੀ ਹੈਗਾ ਰਾਈਟ ਆਨਸਰ ਹੈ। ਅੱਗੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇੱਕ ਕਾਰ ਅੱਧੇ ਘੰਟੇ ਵਿੱਚ 30 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ, ਕਾਰ ਦੀ ਚਾਲ ਕਿੰਨੀ ਹੈ। ਦੇਖੋ ਪਹਿਲਾ ਜਿਹੜਾ ਉੱਤਰ ਹੈ 120 ਕਿਲੋਮੀਟਰ ਪ੍ਰਤੀ ਘੰਟਾ ਘੰਟੇ ਦੇ ਵਿੱਚ ਚਾਲ ਦਿੱਤੀ ਹੋਈ ਹੈ। ਜਿਹੜਾ ਦੂਸਰਾ ਹੈ ਉਹ ਵੀ 60 ਕਿਲੋਮੀਟਰ ਪ੍ਰਤੀ ਘੰਟਾ ਘੰਟੇ ਦੇ ਵਿੱਚ ਚਾਲ ਹੈ। ਸਾਰੇ ਉੱਤਰ ਹੀ ਘੰਟੇ ਦੇ ਵਿੱਚ ਹੈ ਕਹਿਣ ਦਾ ਮਤਲਬ। ਤਾਂ ਅਸੀਂ ਇੱਕ ਦੇਖਣਾ ਵੀ ਜਿਹੜੀ ਕਾਰ ਹੈ 1 ਘੰਟੇ ਦੇ ਵਿੱਚ ਕਿੰਨਾ ਜਿਹੜਾ ਸਫ਼ਰ ਹੈ ਉਹ ਤੈਅ ਕਰੂਗੀ। ਤਾਂ ਦੇਖੋ ਅੱਧੇ ਘੰਟੇ ਦੇ ਵਿੱਚ ਕਾਰ ਨੇ ਕਿੰਨੀ ਦੂਰੀ ਤੈਅ ਕੀਤੀ ਹੈਗੀ 30 ਕਿਲੋਮੀਟਰ ਦੀ ਕੀਤੀ ਹੈ, ਸਾਨੂੰ ਪਤਾ ਹੈ, ਠੀਕ ਹੈ। ਜਦੋਂ ਅਸੀਂ 1 ਘੰਟੇ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਟਾਈਮ ਹੈ ਸਾਡਾ ਅੱਧੇ ਨਾਲੋਂ ਕੀ ਹੋ ਗਿਆ 2 ਗੁਣਾ ਹੋ ਗਿਆ, ਦੁੱਗਣਾ ਹੋ ਗਿਆ ਨਾ, 2 ਨਾਲ ਗੁਣਾ ਹੋ ਗਈ, ਠੀਕ ਹੈ। ਇਹ 30 ਮਿੰਟ ਸੀਗੇ, ਅੱਧਾ ਘੰਟਾ ਕੀ ਹੁੰਦਾ 30 ਮਿੰਟ, ਤੇ 1 ਘੰਟਾ ਕਿੰਨਾ ਹੁੰਦਾ 60 ਮਿੰਟ, ਤਾਂ 2 ਨਾਲ ਗੁਣਾ ਹੋ ਗਈ, ਦੁੱਗਣਾ ਹੋ ਗਿਆ ਟਾਈਮ। ਤਾਂ ਉਨੀ ਹੀ ਦੂਰੀ ਨਾਲ ਗੁਣਾ ਕਰ ਦਿਓ ਤਾਂ ਦੂਰੀ ਵੀ ਦੁੱਗਣੀ ਹੋ ਜੂਗੀ, ਕਿੰਨੀ ਹੋ ਜੂਗੀ 60 ਕਿਲੋਮੀਟਰ।
ਜੇ ਵੈਸੇ ਅਸੀਂ ਦੇਖੀਏ 30 ਮਿੰਟ ਦੇ ਵਿੱਚ 30 ਕਿਲੋਮੀਟਰ ਜਾਂਦੀ ਹੈ, ਤਾਂ ਇਹਦਾ ਮਤਲਬ 1 ਮਿੰਟ 'ਚ 1 ਕਿਲੋਮੀਟਰ ਜਾਂਦੀ ਹੈ। 1 ਘੰਟੇ 'ਚ 60 ਮਿੰਟ ਹੁੰਦੇ ਆ, ਤਾਂ ਇਸ ਕਰਕੇ 60 ਮਿੰਟਾਂ 'ਚ ਕਿੰਨੇ ਕਿਲੋਮੀਟਰ ਦੂਰੀ ਤੈਅ ਕਰੂਗੀ? 60 ਕਿਲੋਮੀਟਰ। ਤਾਂ ਜਿਹੜਾ ਦੂਸਰਾ ਆਪਸ਼ਨ ਸੀ ਬੇਟਾ ਉਹ ਰਾਈਟ ਆਂਸਰ ਹੈ, 60 ਕਿਲੋਮੀਟਰ ਪ੍ਰਤੀ ਘੰਟਾ। ਤਾਂ ਅਗਲਾ ਪ੍ਰਸ਼ਨ ਦੇਖੋ, ਇੱਕ ਸਾਨੂੰ ਸੰਖਿਆ ਬੇਟਾ ਦਿੱਤੀ ਹੋਈ, ਇੱਕ ਨੰਬਰ ਦਿੱਤਾ ਹੋਇਆ ਹੈ, ਨੂੰ ਇੱਕ ਅੰਕ ਬਦਲੋ। ਜਿਹੜਾ ਸਾਡੇ ਕੋਲ ਸਟਾਰ ਹੈਗਾ ਉਸ ਨੂੰ ਇੱਕ ਅੰਕ ਨਾਲ ਕਹਿੰਦੇ ਬਦਲੋ ਜੇ ਬਣਾਈ ਗਈ ਸੰਖਿਆ 9 ਨਾਲ ਭਾਜਯੋਗ ਹੋਵੇ, ਮਤਲਬ 9 ਨਾਲ ਪੂਰੀ ਡਿਵੀਜ਼ੀਬਲ ਹੋ ਜੇ, ਡਿਵਾਈਡ ਹੋ ਜੇ। ਹੁਣ ਦੇਖੋ ਜਿਹੜੀ ਸਾਡੇ ਕੋਲ ਸੰਖਿਆ ਸੀ, ਪਹਿਲਾਂ ਆਪਾਂ ਉਸ ਨੂੰ ਲਿਖਦੇ ਹਾਂ। ਸੰਖਿਆ ਕੀ ਸੀ? ਦੇਖੋ 4, ਫਿਰ 9, ਫਿਰ ਉਸ ਤੋਂ ਬਾਅਦ ਸਟਾਰ ਆ, ਉਹਦੀ ਜਗ੍ਹਾ 'ਤੇ ਮੈਂ ਬਾਕਸ ਬਣਾ ਲਿਆ ਇੱਕ, ਫਿਰ 2, ਫਿਰ 2, ਫਿਰ 0, ਫਿਰ 7। ਅਸੀਂ ਦੇਖੋ 9 ਤੇ ਭਾਗ ਹੋਣ ਲਈ ਤੇ 3 ਤੇ ਭਾਗ ਹੋਣ ਲਈ ਸਾਡੇ ਕੋਲ ਜਿਹੜੀ ਸ਼ਰਤ ਹੁੰਦੀ ਹੈ ਉਹ ਕੀ ਹੁੰਦੀ ਹੈ? ਅੰਕਾਂ ਦਾ ਜਿਹੜਾ ਜੋੜ ਹੈ, ਸਮ ਹੈ ਜਿਹੜਾ ਅੰਕਾਂ ਦਾ ਜੋੜ, ਉਹ 9 ਦੇ ਪਹਾੜੇ 'ਚ ਹੋਣਾ ਚਾਹੀਦਾ ਹੈ, 3 ਲਈ 3 ਦੇ ਪਹਾੜੇ 'ਚ ਹੋਣਾ ਚਾਹੀਦਾ। ਹੁਣ ਇੱਥੇ 9 ਨਾਲ ਭਾਜਯੋਗਤਾ ਅਸੀਂ ਚੈੱਕ ਕਰਨੀ ਹੈ, ਤਾਂ 9 ਦੇ ਪਹਾੜੇ 'ਚ ਹੋਣਾ ਚਾਹੀਦਾ ਅੰਕਾਂ ਦਾ ਜੋੜ। ਅਸੀਂ ਕਰਦੇ ਹਾਂ ਜੋੜ ਕਿੰਨਾ ਆਉਂਦਾ? 4 ਤੇ 9 ਦੇਖੋ, ਪਹਿਲਾਂ ਕਰੋ ਜੋੜ 13, 13 ਦੇ ਵਿੱਚ ਫਿਰ 2 ਜੋੜ ਤੇ 13 ਤੇ 2 15, 15 ਤੇ 2 17, 17 ਤੇ 7 24, ਅੰਕਾਂ ਦਾ ਜੋੜ ਹੋ ਗਿਆ 24। 24 9 ਤੇ ਭਾਗ ਨਹੀਂ ਹੁੰਦਾ, ਠੀਕ ਹੈ। ਜਿਹੜਾ ਅੰਕਾਂ ਦਾ ਜੋੜ ਹੈ ਉਹ 9 ਤੇ ਭਾਗ ਹੋਣਾ ਜ਼ਰੂਰੀ ਹੈ। ਸਾਡੇ ਕੋਲੇ ਅੰਕਾਂ ਦਾ ਜੋੜ ਕਿੰਨਾ ਆਇਆ? 24 ਆ ਗਿਆ। ਦੇਖੋ 4 ਤੇ 9 13, 13 ਤੇ 2 15, 15 ਤੇ 2 17, 17 ਤੇ 7 ਕਿੰਨਾ ਹੋ ਗਿਆ ਸਾਡੇ ਕੋਲੇ? 24। 0 ਦਾ ਜੋੜਨ ਦੀ ਲੋੜ ਹੀ ਨਹੀਂ ਹੁੰਦੀ। ਹੁਣ 24 9 ਦੇ ਪਹਾੜੇ 'ਚ ਨਹੀਂ ਆਉਂਦਾ। ਜਿਹੜਾ ਅੰਕਾਂ ਦਾ ਜੋੜ ਜੇ 9 ਦੇ ਪਹਾੜੇ 'ਚ ਆ ਗਿਆ ਤਾਂ ਸੰਖਿਆ 9 ਨਾਲ ਵੰਡੀ ਜਾਊਗੀ, ਤਾਂ 9 ਦੇ ਪਹਾੜੇ 'ਚ ਹੁੰਦਾ 27। 24 ਤੋਂ ਬਾਅਦ ਕਿਹੜਾ ਹੋਊਗਾ? 27। ਦੇਖੋ 9 ਏਕਮ 9, 9 ਦੂਣੀ 18, 9 ਤੀਆ 27। ਤਾਂ ਜੇ ਇੱਥੇ 3 ਹੋਰ ਹੁੰਦਾ ਤਾਂ ਸਾਡੇ ਕੋਲੇ ਜੋੜ ਕਿੰਨਾ ਬਣ ਜਾਣਾ ਸੀ? 27 ਬਣ ਜਾਣਾ ਸੀ। 27 9 ਦੇ ਪਹਾੜੇ 'ਚ ਵੰਡਿਆ ਜਾਂਦਾ, ਤਾਂ ਜਿਹੜੀ ਸਾਡੀ ਸੰਖਿਆ ਉਹ 9 ਤੇ ਭਾਗ ਹੋ ਜਾਂਦੀ। ਤਾਂ ਸਾਨੂੰ ਕਿੰਨੇ ਦੀ ਹੋਰ ਲੋੜ ਹੈ? 3 ਦੀ। ਤਾਂ ਜਿਹੜਾ ਬਾਕਸ ਹੈ ਇਹਦੇ ਵਿੱਚ ਜਿਹੜੀ ਸੰਖਿਆ ਹੈ, ਅੰਕ ਹੈ, ਉਹ ਕੀ ਹੋਣਾ ਚਾਹੀਦਾ? 3 ਹੋਣਾ ਚਾਹੀਦਾ। ਤਾਂ ਸਾਡਾ ਰਾਈਟ ਆਂਸਰ ਕੀ ਹੈ? ਚੌਥਾ ਆਪਸ਼ਨ 3। ਤਾਂ ਜੇ ਅੰਕਾਂ ਦਾ ਜੋੜ 9 ਤੇ ਭਾਗ ਹੋ ਜੇ ਤਾਂ ਉਹ ਸੰਖਿਆ ਪੂਰੀ 9 ਨਾਲ ਵੰਡੀ ਜਾਂਦੀ ਹੈ। ਇਸ ਕਰਕੇ 24 ਸਾਡੇ ਕੋਲੇ ਜੋੜ ਅੰਕਾਂ ਦਾ ਆਇਆ ਸੀ, 3 ਦੀ ਸਾਨੂੰ ਹੋਰ ਲੋੜ ਸੀ, ਇਸ ਕਰਕੇ ਜਿਹੜਾ ਸਟਾਰ ਹੈ ਉਹਨੂੰ ਅਸੀਂ ਕਿਸ ਦੇ ਨਾਲ ਬਦਲਾਂਗੇ? 3 ਨਾਲ। ਤਾਂ ਅਗਲਾ ਪ੍ਰਸ਼ਨ ਦੇਖੋ, ਘਨ ਦਾ ਆਇਤਨ 729 ਘਨ ਮੀਟਰ ਹੈ, ਇਸ ਦੀ ਇੱਕ ਭੁਜਾ ਦੀ ਲੰਬਾਈ ਕੀ ਹੋਵੇਗੀ? ਘਨ ਦਾ ਜਿਹੜਾ ਆਇਤਨ ਹੁੰਦਾ ਹੈਗਾ ਉਸ ਦਾ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ ਹੈ ਭੁਜਾ ਦੀ ਸ਼ਕਤੀ 3। ਇਹ ਸਾਡੇ ਕੋਲੇ ਕੀ ਹੈ? ਘਨ ਦਾ ਆਇਤਨ ਹੈ, ਠੀਕ ਹੈ। ਘਨ ਦਾ ਆਇਤਨ ਜਿਹੜਾ ਹੁੰਦਾ ਹੈ ਉਹਦਾ ਫਾਰਮੂਲਾ ਕੀ ਹੁੰਦਾ ਹੈਗਾ? ਸਾਈਡ ਦਾ ਕਿਊਬ, ਭੁਜਾ ਦੀ ਪਾਵਰ 3। ਤਾਂ ਉਹ ਕਿੰਨਾ ਦਿੱਤਾ ਹੋਇਆ ਸਾਨੂੰ? ਆਇਤਨ ਕਿੰਨਾ ਦਿੱਤਾ ਹੋਇਆ? 729। ਇਹਨੂੰ ਅਸੀਂ 729 ਦੇ ਕੀ ਰੱਖ ਦਾਂਗੇ? ਬਰਾਬਰ ਰੱਖ ਦਾਂਗੇ, ਠੀਕ ਹੈ। ਭੁਜਾ ਦੀ ਸ਼ਕਤੀ ਜਿਹੜੀ ਸਾਡੇ ਕੋਲ 3 ਹੈ, ਜਿਹੜੀ ਘਾਤ ਉਹਦੀ 3 ਹੈਗੀ, ਉਹਨੂੰ ਕਿਸ ਦੇ ਬਰਾਬਰ ਰੱਖਤਾ? 729 ਦੇ। ਹੁਣ ਇਸ ਨੂੰ ਅੱਗੇ ਸੋਲਵ ਕਰਦੇ ਹਾਂ ਆਪਾਂ। ਜਿਹੜਾ 729 ਹੁੰਦਾ ਹੈ ਉਹ ਕਿਸ ਦਾ ਘਣ ਹੁੰਦਾ? 9 ਦਾ ਘਣ ਹੁੰਦਾ। ਕਿਉਂ? ਕਿਉਂਕਿ 9 ਦੀ ਅਸੀਂ 3 ਵਾਰ ਗੁਣਾ ਕਰੀਏ, ਜੇ 9 ਗੁਣਾ 9 ਹੁੰਦਾ 9 9 81, ਫਿਰ 81 ਦੀ ਜੇ 9 ਨਾਲ ਗੁਣਾ ਕਰੀਏ ਤਾਂ ਉਹ ਹੁੰਦਾ 729। ਤਾਂ ਇਸ ਕਰਕੇ ਘਣ ਨਾਲ ਹੁਣ ਘਣ ਕੱਟਿਆ ਗਿਆ ਤਾਂ ਭੁਜਾ ਸਾਡੇ ਕੋਲੇ ਕਿੰਨੀ ਆ ਗਈ? 9 ਆ ਗਈ। ਤਾਂ ਸਾਨੂੰ ਇਹੀ ਪੁੱਛਿਆ ਸੀ ਉਸ ਦੀ ਇੱਕ ਭੁਜਾ ਦੀ ਲੰਬਾਈ ਕੀ ਹੋਵੇਗੀ? ਤਾਂ ਕਿੰਨੀ ਹੋਊਗੀ? ਉਹ 9 ਮੀਟਰ। ਜੇ ਸਾਡੇ ਕੋਲੇ ਆਇਤਨ ਸੀ ਜਿਹੜਾ ਘਣ ਮੀਟਰਾਂ 'ਚ ਸੀ, ਤਾਂ ਜਿਹੜੀ ਸਾਡੇ ਕੋਲੇ ਲੰਬਾਈ ਆ ਉਹ ਵੀ ਕਿਸ 'ਚ ਆਊਗੀ? ਮੀਟਰਾਂ 'ਚ ਆਊਗੀ। ਤਾਂ 9 ਮੀਟਰ ਸਾਡਾ ਕੀ ਹੈ? ਰਾਈਟ ਆਂਸਰ ਹੈ। ਅੱਗੇ ਦੇਖੋ ਨੈਕਸਟ ਕੁਐਸਚਨ ਬੇਟਾ, ਇੱਕ ਦੁਕਾਨ ਤੇ ਇੱਕ ਕਿਤਾਬ ਦਾ ਮੁੱਲ ਇੱਕ ਕਾਪੀ ਦੇ ਮੁੱਲ ਨਾਲੋਂ 50 ਕੀ ਹੈ? ਜ਼ਿਆਦਾ ਹੈ। ਮੰਨ ਲੈਂਦੇ ਹਾਂ ਅਸੀਂ ਜਿਹੜਾ ਕਾਪੀ ਦਾ ਮੁੱਲ ਆ ਉਹ x ਹੈ। ਕਾਪੀ ਦਾ ਮੁੱਲ ਕੀ ਮੰਨ ਲਿਆ ਅਸੀਂ? ਮੰਨ ਲਓ ਕਾਪੀ ਦਾ ਜਿਹੜਾ ਮੁੱਲ ਹੈ ਅਸੀਂ ਮੰਨ ਲੈਂਦੇ ਹਾਂ ਉਹ ਕਿੰਨਾ ਹੈਗਾ? x ਰੁਪਏ ਹੈ। ਉਸ ਤੋਂ ਬਾਅਦ ਕੀ ਕਿਹਾ ਹੋਇਆ ਹੈ? ਕਿਤਾਬ ਦਾ ਮੁੱਲ ਕਾਪੀ ਦੇ ਮੁੱਲ ਤੋਂ 50 ਜ਼ਿਆਦਾ ਹੈ। ਜਿਹੜੀ ਸਾਡੇ ਕੋਲ ਕਿਤਾਬ ਦਾ ਮੁੱਲ ਹੈ ਉਹ ਇਸ ਮੁੱਲ ਨਾਲੋਂ ਕੀ ਹੈ? 50 ਜ਼ਿਆਦਾ ਹੈ। ਕਾਪੀ ਦਾ ਮੁੱਲ x ਸੀ ਤਾਂ ਕਿਤਾਬ ਦਾ ਮੁੱਲ ਕਿੰਨਾ ਹੋਊਗਾ? x ਪਲੱਸ 50 ਹੋਊਗਾ। 50 ਰੁਪਏ ਜ਼ਿਆਦਾ ਹੈ, ਇਹ ਉਹਨਾਂ ਨੇ ਸਾਨੂੰ ਕਿਹਾ ਹੋਇਆ ਕੁਐਸਚਨ ਦੇ ਵਿੱਚ। ਅੱਗੇ ਚੱਲਦੇ ਹਾਂ ਨੈਕਸਟ। ਦੇਖੋ ਹੋਰ ਪੜ੍ਹਦੇ ਅੱਗੇ ਕੁਐਸਚਨ ਨੂੰ। ਜੇ 2 ਕਿਤਾਬਾਂ ਦੇ ਮੁੱਲ ਦਾ 3 ਕਾਪੀਆਂ ਦੀ ਕੀਮਤ ਨਾਲ ਅਨੁਪਾਤ 5 ਅਨੁਪਾਤ ਕਿੰਨਾ ਹੈ? 6। ਅਨੁਪਾਤ ਦਾ ਮਤਲਬ ਕੀ ਹੁੰਦਾ ਬੇਟਾ? ਬਟਾ। ਤਾਂ ਕਿਤਾਬ ਦੀ ਕੀਮਤ ਕਿੰਨੀ ਹੈ ਸਾਨੂੰ ਪੁੱਛਿਆ ਹੋਇਆ। ਦੇਖੋ ਕੀ ਕਿਹਾ ਹੋਇਆ ਸੀ? 2 ਕਿਤਾਬਾਂ, 2 ਕੀ ਲੈਣੀਆਂ? ਕਿਤਾਬਾਂ, ਔਰ ਬਟੇ 3 ਕੀ ਹੈ? ਕਾਪੀਆਂ।
3 ਕਾਪੀਆਂ ਦਾ ਮੁੱਲ ਲੈਣਾ। ਠੀਕ ਹੈ, ਉਹਨਾਂ ਦਾ ਜਿਹੜਾ ਮੁੱਲ ਸੀਗਾ ਉਹਨਾਂ ਦਾ ਜਿਹੜਾ ਅਨੁਪਾਤ ਹੈ, ਇੱਥੇ ਮੁੱਲ ਦੀ ਗੱਲ ਹੋ ਰਹੀ ਹੈ 5:6 ਹੈ, ਮਤਲਬ 5/6 ਹੈ। ਹੁਣ 2 ਕਿਤਾਬਾਂ ਕਿੰਨੇ ਦੀਆਂ ਹੋਣਗੀਆਂ? ਕਿਤਾਬ ਦਾ ਮੁੱਲ ਕਿੰਨਾ? x + 50। ਤਾਂ 2 ਕਿਤਾਬਾਂ ਦਾ ਕੀ ਹੋ ਗਿਆ? 2 × x + 50। ਠੀਕ ਹੈ, ਜੇ 3 ਕਾਪੀਆਂ ਦੀ ਗੱਲ ਕੀਤੀ ਹੈ ਤਾਂ ਕਾਪੀ ਦਾ ਮੁੱਲ ਕਿੰਨਾ ਸੀ? x ਸੀਗਾ, ਉਹ 3x ਹੋ ਜਾਊਗਾ ਬਰਾਬਰ 5/6 ਬਰਾਬਰ ਕਿੰਨਾ ਆ ਜਾਊਗਾ? 5/6 ਆ ਜਾਊਗਾ। ਹੁਣ ਉਸ ਤੋਂ ਬਾਅਦ ਅਸੀਂ ਇਹਦੀ ਮਲਟੀਪਲਾਈ ਕਰ ਦਿੰਦੇ ਹਾਂ, ਕ੍ਰਾਸ ਮਲਟੀਪਲਾਈ। 5 ਦੀ 3 ਨਾਲ ਗੁਣਾ ਕੀਤੀ, 5 × 3 = 15x ਹੋ ਗਿਆ। ਇੱਧਰ 6 ਦੀ ਗੁਣਾ ਹੋ ਜੂਗੀ, ਦੇਖੋ 6 ਦੂਣੀ 12, 12 ਦੀ x ਨਾਲ ਗੁਣਾ ਕੀਤੀ ਬਰਾਬਰ 12x, ਅਤੇ 12 ਦੀ 50 ਨਾਲ ਗੁਣਾ ਕਰਾਂਗੇ 12 × 5 = 60, 600। ਹੁਣ 12x ਨੂੰ ਇੱਧਰ ਲਿਆਓ, 12x ਇੱਧਰ ਆ ਕੇ ਕਾਹਦਾ ਹੋ ਜੂਗਾ? ਮਾਈਨਸ ਦਾ, ਅਤੇ ਉੱਧਰ ਹੈਗਾ 600। ਤਾਂ ਸਾਡੇ ਕੋਲ ਆ ਗਿਆ 15 ਚੋਂ ਜਦੋਂ ਹੁਣ ਅਸੀਂ 12 ਘਟਾਵਾਂਗੇ ਕਿੰਨਾ ਆ ਗਿਆ? 3x ਬਰਾਬਰ ਕਿੰਨਾ? 600। ਤਾਂ x ਬਰਾਬਰ ਆ ਗਿਆ 600/3, ਕੱਟ ਦੋ, 3 ਦੂਣੀ 6 ਹੁੰਦਾ, 200 ਤੇ ਕੱਟਿਆ ਗਿਆ। ਤਾਂ x ਦੀ ਕੀਮਤ 200 ਆ ਗਈ। x ਦੀ ਕੀਮਤ ਕਿੰਨੀ ਆ ਗਈ? 200। ਔਰ ਸਾਨੂੰ ਕੀ ਪੁੱਛਿਆ ਹੋਇਆ ਹੈਗਾ? ਦੇਖੋ ਕੁਐਸਚਨ ਦੇ ਵਿੱਚ ਕਿਤਾਬ ਦੀ ਕੀਮਤ ਕਿੰਨੀ ਹੈ? ਕਿਸ ਦਾ ਮੁੱਲ ਪੁੱਛਿਆ ਹੋਇਆ? ਕਿਤਾਬ ਦੀ ਕੀਮਤ। ਤਾਂ ਜਿਹੜੀ ਕਿਤਾਬ ਹੈ ਉਸ ਦਾ ਜਿਹੜਾ ਮੁੱਲ ਸੀ, ਦੇਖੋ ਉਸ ਦਾ ਮੁੱਲ ਕੀ ਸੀ? x + 50 ਸੀਗਾ ਸਾਡੇ ਕੋਲ, x + 50। ਤਾਂ x ਦੀ ਕੀਮਤ 200 ਆਈ ਹੈ। 200 ਦੇ ਵਿੱਚ ਜਦੋਂ ਅਸੀਂ 50 ਜੋੜ ਦਾਂਗੇ ਤਾਂ ਕਿੰਨਾ ਉੱਤਰ ਆ ਗਿਆ ਸਾਡਾ? 250। ਤਾਂ 250 ਰੁਪਏ ਕਿਸ ਦੀ ਕੀਮਤ ਹੈ? ਕਿਤਾਬ ਦੀ ਕੀਮਤ ਹੈ। ਤਾਂ ਇਹ ਸਾਡਾ ਕੀ ਆ ਗਿਆ? ਆਨਸਰ ਆ ਗਿਆ। ਅੱਗੇ ਨੈਕਸਟ ਕੁਐਸਚਨ ਦੇਖੋ, ਜੇਕਰ ਕਿਸੇ ਰਾਸ਼ੀ ਤੇ ਵਿਆਜ ਸਾਲਾਨਾ ਲੱਗਦਾ ਹੋਵੇ ਤਾਂ 1 ਸਾਲ ਦਾ ਮਿਸ਼ਰਤ ਵਿਆਜ ਹੋਵੇਗਾ। ਕੀ ਹੋਵੇਗਾ? ਦੇਖੋ, ਇੱਕ ਤਾਂ ਹੁੰਦਾ ਬੇਟਾ ਸਧਾਰਨ ਵਿਆਜ, ਇੱਕ ਹੁੰਦਾ ਮਿਸ਼ਰਤ ਵਿਆਜ। ਸਧਾਰਨ ਵਿਆਜ ਕੀ ਹੁੰਦਾ? ਮੰਨ ਲਓ ਅਸੀਂ 1000 ਰੁਪਇਆ ਕਿਸੇ ਤੋਂ ਉਧਾਰਾ ਲਿਆ, ਠੀਕ ਹੈ, ਔਰ 1 ਸਾਲ ਬਾਅਦ ਜਿਹੜਾ ਉਸ ਦੇ ਉੱਪਰ ਵਿਆਜ ਸੀਗਾ ਉਹ ਮੰਨ ਲੈਂਦੇ ਅਸੀਂ 100 ਰੁਪਇਆ ਲੱਗ ਗਿਆ। 100 ਰੁਪਏ ਕੀ ਲੱਗ ਗਿਆ? ਵਿਆਜ। ਠੀਕ ਹੈ, ਤਾਂ ਅਗਲੇ ਸਾਲ ਜਿਹੜਾ ਵਿਆਜ ਹੋਊਗਾ ਉਹ 1000 ਰੁਪਏ ਤੇ ਹੀ ਲੱਗੂਗਾ ਸਧਾਰਨ ਵਿਆਜ ਦੇ ਵਿੱਚ। ਪਰ ਜਦੋਂ ਅਸੀਂ ਮਿਸ਼ਰਤ ਵਿਆਜ ਦੀ ਗੱਲ ਕਰਦੇ ਹਾਂ, ਮਿਸ਼ਰਤ ਵਿਆਜ ਦੇ ਵਿੱਚ ਕੀ ਹੁੰਦਾ ਹੈ? ਵਿਆਜ ਦੇ ਉੱਪਰ ਵਿਆਜ ਲੱਗ ਜਾਂਦਾ ਹੈ, ਵਿਆਜ ਉੱਪਰ ਵਿਆਜ। ਮਤਲਬ ਕੀ ਸੀਗਾ? ਜੇ ਅਸੀਂ ਪੈਸਾ ਮਿਸ਼ਰਤ ਵਿਆਜ ਦੇ ਉੱਤੇ ਲਿਆ ਹੋਇਆ ਹੈ ਤਾਂ ਪਹਿਲੇ ਸਾਲ ਤਾਂ ਦੇਖੋ 1000 ਰੁਪਏ ਤੇ ਵਿਆਜ ਲੱਗਿਆ ਸੀ, ਪਰ ਜਦੋਂ ਦੂਸਰਾ ਸਾਲ ਚੜ੍ਹ ਗਿਆ, ਦੂਸਰੇ ਸਾਲ ਕੀ ਹੋਊਗਾ? ਜਿਹੜਾ ਇਹ ਵਿਆਜ ਹੈ ਇਹ ਇਹਦੇ ਵਿੱਚ ਜੁੜ ਜੂਗਾ। ਤਾਂ 1000 ਦੇ ਵਿੱਚ ਜਦੋਂ ਅਸੀਂ 100 ਰੁਪਇਆ ਜੋੜ ਦਾਂਗੇ ਤਾਂ ਕਿੰਨਾ ਹੋ ਗਿਆ? 1100 ਰੁਪਏ। ਤਾਂ ਦੂਸਰੇ ਸਾਲ ਜਿਹੜਾ ਵਿਆਜ ਆ ਉਹ 1100 ਰੁਪਏ ਤੇ ਲੱਗੂਗਾ, ਨਾ ਕਿ 1000 ਤੇ। ਤਾਂ ਸਧਾਰਨ ਵਿਆਜ ਦੇ ਵਿੱਚ ਕੀ ਹੁੰਦਾ ਬੇਟਾ? ਜਿੰਨਾ ਅਸੀਂ ਪੈਸਾ ਉਧਾਰ ਲਿਆ ਹੁੰਦਾ ਹੈ ਸਾਰੇ ਸਾਲ ਵਿਆਜ ਉਸੇ ਪੈਸੇ ਤੇ ਲੱਗਦਾ ਹੈ। ਪਰ ਮਿਸ਼ਰਤ ਵਿਆਜ ਦੇ ਵਿੱਚ ਕੀ ਹੁੰਦਾ ਹੈਗਾ? ਇੱਥੇ ਦੇਖੋ ਲਿਖਿਆ ਹੋਇਆ ਹੈ ਵਿਆਜ ਸਾਲਾਨਾ ਲੱਗਦਾ ਹੈ, ਤਾਂ ਸਾਲ ਬਾਅਦ ਜਿਹੜਾ ਵਿਆਜ ਹੈ ਉਹ ਮੂਲ ਧਨ ਦੇ ਵਿੱਚ ਜੁੜ ਜਾਂਦਾ ਹੈ। ਤਾਂ ਦੂਸਰੇ ਸਾਲ ਜਿਹੜਾ ਵਿਆਜ ਹੈ ਉਹ 1100 ਰੁਪਏ ਤੇ ਲੱਗੂਗਾ। ਤਾਂ ਅਗਲੇ ਸਾਲ ਫਿਰ ਤੀਸਰੇ ਸਾਲ ਦੀ ਜੇ ਗੱਲ ਕਰੀਏ ਤਾਂ ਜਿਹੜਾ ਦੁਬਾਰਾ ਨਵਾਂ ਵਿਆਜ ਆਊਗਾ 1100 ਰੁਪਏ ਤੇ ਉਹ ਫਿਰ ਜੁੜ ਜੂਗਾ। ਤਾਂ ਹਰ ਸਾਲ ਵਿਆਜ ਆ ਜਿਹੜਾ ਉਹ ਮੂਲ ਧਨ ਦੇ ਵਿੱਚ ਜੁੜਦਾ ਜਾਂਦਾ ਹੈ। ਪਰ ਜਦੋਂ ਹੁਣ ਗੱਲ 1 ਸਾਲ ਦੀ ਹੋ ਰਹੀ ਹੈ ਤਾਂ ਪਹਿਲੇ ਸਾਲ ਕੀ ਹੁੰਦਾ ਹੈ? ਸਧਾਰਨ ਵਿਆਜ ਤੇ ਮਿਸ਼ਰਤ ਵਿਆਜ ਕੀ ਹੁੰਦੇ ਹੈ? ਬਰਾਬਰ ਹੁੰਦੇ ਆ। ਜਦੋਂ ਦੂਸਰਾ ਸਾਲ ਚੜੂਗਾ ਉਦੋਂ ਜਿਹੜਾ ਵਿਆਜ ਹੈ ਉਹ ਮੂਲ ਧਨ ਦੇ ਵਿੱਚ ਜੁੜ ਜੂਗਾ। ਤਾਂ ਇਸ ਕਰਕੇ ਇਹਦਾ ਤੀਸਰਾ ਆਨਸਰ ਸੀਗਾ ਜਿਹੜਾ ਉਹ ਰਾਈਟ ਆਨਸਰ ਸੀ। ਪਹਿਲੇ ਸਾਲ ਸਧਾਰਨ ਵਿਆਜ ਤੇ ਮਿਸ਼ਰਤ ਵਿਆਜ ਕੀ ਹੁੰਦੇ ਆ? ਬਰਾਬਰ ਹੁੰਦੇ ਆ, ਜੇਕਰ ਵਿਆਜ ਸਾਲਾਨਾ ਲੱਗਦਾ ਹੋਵੇ। ਤਾਂ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਅੱਗੇ ਹੈਗਾ 5 ਪਾਈਪਾਂ 1 ਘੰਟੇ ਵਿੱਚ ਇੱਕ ਟੈਂਕ ਨੂੰ ਭਰ ਸਕਦੀਆਂ। 5 ਪਾਈਪਾਂ ਜਿਹੜੀਆਂ ਇੱਕ ਟੈਂਕ ਨੂੰ ਕਿੰਨੇ ਸਮੇਂ ਵਿੱਚ ਭਰਦੀਆਂ ਗਈਆਂ? ਉਹ 1 ਘੰਟੇ ਵਿੱਚ, 1 ਘੰਟੇ ਵਿੱਚ ਭਰਦੀਆਂ। ਔਰ ਉਸ ਤੋਂ ਬਾਅਦ 4 ਪਾਈਪਾਂ ਜਿਹੜੀਆਂ, ਇੱਕ ਪਾਈਪ ਹਟਾਤੀ, ਉਸ ਟੈਂਕ ਨੂੰ ਕਿੰਨੇ ਸਮੇਂ ਵਿੱਚ ਭਰਨਗੀਆਂ? ਇਹ ਅਸੀਂ ਫਾਈਂਡ ਆਊਟ ਕਰਨਾ। ਤਾਂ ਜਿਹੜੇ ਸਾਡੇ ਆਨਸਰ ਹੈ ਉਹ ਸਾਰੇ ਦੇ ਸਾਰੇ ਹੀ ਮਿੰਟਾਂ ਦੇ ਵਿੱਚ ਦਿੱਤੇ ਹੋਏ, ਤੁਸੀਂ ਚੈੱਕ ਕਰ ਲਓ। ਤਾਂ ਇਸ ਕਰਕੇ ਜਿਹੜਾ ਅਸੀਂ 1 ਘੰਟਾ ਸੀ ਇਹਨੂੰ ਕੀ ਲਿਖਾਂਗੇ ਅਸੀਂ? 60 ਮਿੰਟ। 1 ਘੰਟੇ ਦੇ ਵਿੱਚ ਕਿੰਨੇ ਮਿੰਟ ਹੁੰਦੇ ਆ? 60 ਮਿੰਟ। ਹੁਣ ਦੇਖੋ 5 ਘੰਟੇ ਦੇ ਵਿੱਚ 5 ਪਾਈਪਾਂ 60 ਮਿੰਟ ਦੇ ਵਿੱਚ ਭਰਦੀਆਂ, ਤਾਂ 4 ਪਾਈਪਾਂ ਜਿਹੜੀਆਂ ਉਹ ਵੱਧ ਟਾਈਮ ਦੇ ਵਿੱਚ ਹੀ ਭਰਨਗੀਆਂ, ਵੱਧ ਟਾਈਮ ਲੱਗੂਗਾ ਸਾਨੂੰ, ਜਿਹੜਾ ਟਾਈਮ ਹੈ ਉਹ ਜ਼ਿਆਦਾ ਲੱਗੂਗਾ।
ਵੱਧ ਸਮਾਂ ਲੱਗੂਗਾ ਸਾਨੂੰ। ਤਾਂ ਜੇ ਅਸੀਂ ਆਨਸਰ ਬੰਨੀ ਦੇਖੀਏ ਤਾਂ 48 ਮਿੰਟ ਤੇ 60 ਮਿੰਟ ਸਾਡਾ ਆਨਸਰ ਨਹੀਂ ਹੋ ਸਕਦਾ, ਕਿਉਂਕਿ 48 ਮਿੰਟ ਘਟ ਰਹੇ ਹੈ, 60 ਮਿੰਟ ਦੇ ਬਰਾਬਰ ਹੀ ਆ ਰਿਹਾ। ਜਦੋਂ ਅਸੀਂ ਕੋਈ ਮੰਨ ਲਓ ਕੰਮ ਕਰਦੇ ਹਾਂ, ਜੇ ਅਸੀਂ ਆਦਮੀਆਂ ਦੀ ਗਿਣਤੀ ਘਟਾ ਦਿੰਦੇ ਹਾਂ ਤਾਂ ਜਦੋਂ ਸਾਨੂੰ ਉਸ ਕੰਮ ਨੂੰ ਕਰਨ 'ਤੇ ਜਿਹੜਾ ਟਾਈਮ ਆ ਉਹ ਜ਼ਿਆਦਾ ਲੱਗਦਾ। ਇਸੇ ਤਰ੍ਹਾਂ 5 ਪਾਈਪਾਂ 1 ਘੰਟੇ ਵਿੱਚ ਟੈਂਕ ਨੂੰ ਭਰ ਰਹੀਆਂ ਸੀ, ਜਦੋਂ ਅਸੀਂ ਇੱਕ ਪਾਈਪ ਨੂੰ ਹਟਾ ਦਾਂਗੇ ਤਾਂ ਪਾਣੀ ਘਟ ਜੂਗਾ, ਤਾਂ ਇਸ ਕਰਕੇ ਜਿਹੜਾ ਟਾਈਮ ਆ ਉਹ ਜ਼ਿਆਦਾ ਲੱਗੂਗਾ। ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਤਾਂ ਉਦੋਂ ਬੇਟਾ ਇੱਥੇ ਉਲਟ ਅਨੁਪਾਤ ਹੁੰਦਾ ਹੈ, ਮਤਲਬ ਇੱਕ ਚੀਜ਼ ਘਟਾਉਣ ਨਾਲ ਦੂਜੀ ਚੀਜ਼ ਵੱਧ ਰਹੀ ਹੈ। ਇੱਕ ਪਾਈਪ ਘਟਾਉਣ ਦੇ ਨਾਲ ਜਿਹੜਾ ਟਾਈਮ ਆ ਉਹ ਵੱਧ ਰਿਹਾ, ਇੱਥੇ ਉਲਟ ਅਨੁਪਾਤ ਹੈ। ਤਾਂ ਉਲਟ ਅਨੁਪਾਤ ਦੇ ਵਿੱਚ ਬੇਟਾ ਅਸੀਂ ਕੀ ਕਰਦੇ ਹੁੰਦੇ ਹਾਂ, ਅਸੀਂ ਕੀ ਕਰਾਂਗੇ 5 ਦੀ 60 ਨਾਲ ਗੁਣਾ ਕਰਾਂਗੇ ਔਰ 4 ਦੀ ਗੁਣਾ ਕਿਸ ਦੇ ਨਾਲ ਕਰਾਂਗੇ, x ਦੇ ਨਾਲ। ਤਾਂ ਉਹਨਾਂ ਨੂੰ ਕੀ ਰੱਖ ਦਾਂਗੇ, ਬਰਾਬਰ ਰੱਖ ਦਾਂਗੇ। ਤਾਂ ਇੱਥੋਂ x ਦੀ ਕੀਮਤ ਆ ਜਾਊਗੀ 4, ਇੱਧਰ ਬਟੇ 'ਚ ਆ ਜਾਊਗਾ 5 ਗੁਣਾ 60 ਬਟਾ 4, ਇਹ ਕੱਟਿਆ ਗਿਆ 15 ਚੌਕੇ 60 ਹੁੰਦਾ ਹੈ, 15 5 75। ਤਾਂ x ਦੀ ਕੀਮਤ ਕਿੰਨੀ ਆ ਗਈ 75। ਤਾਂ 75 ਮਿੰਟ ਸਾਨੂੰ ਉਸ ਟੈਂਕ ਨੂੰ ਭਰਨ 'ਤੇ ਲੱਗਣਗੇ। ਤਾਂ ਜਿਹੜਾ ਆਨਸਰ ਹੈ ਪਹਿਲਾ ਆਪਸ਼ਨ ਸਾਡਾ ਕੀ ਹੈ, ਰਾਈਟ ਆਨਸਰ ਹੈ। 12ਵਾਂ ਸਾਡੇ ਕੋਲੇ ਪ੍ਰਸ਼ਨ ਦੇਖੋ ਕੀ ਹੈ, 2 ਕਿਲੋਮੀਟਰ ਔਰ 7 ਮੀਟਰ ਕਿਸ ਦੇ ਬਰਾਬਰ ਹੈ, ਇਹ ਅਸੀਂ ਦੱਸਣਾ ਹੈਗਾ। ਤਾਂ ਜਿਹੜੇ ਸਾਰੇ ਆਨਸਰ ਹੈ ਦੇਖੋ ਕਿਲੋਮੀਟਰ ਦੇ ਵਿੱਚ ਹੀ ਹੈ, ਤਾਂ ਕਹਿਣ ਦਾ ਮਤਲਬ ਕੀ ਅਸੀਂ ਕਿਲੋਮੀਟਰ 'ਚ ਕਨਵਰਟ ਕਰਨਾ। ਦੇਖੋ 2 ਕਿਲੋਮੀਟਰ ਤਾਂ ਪੂਰੇ ਹੈਗੇ ਹੀ ਹੈ। 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦਾ, ਸਾਨੂੰ ਪਤਾ 1 ਕਿਲੋਮੀਟਰ ਦੇ ਵਿੱਚ ਕਿੰਨਾ ਮੀਟਰ ਹੁੰਦਾ ਹੈ, 1000 ਮੀਟਰ ਹੁੰਦਾ। ਇਸ ਗੱਲ ਨੂੰ ਬੇਟਾ ਯਾਦ ਰੱਖੋ। ਹੁਣ 7 ਜਿਹੜਾ ਮੀਟਰ ਸੀ ਇਹਨੂੰ ਅਸੀਂ ਕਿਲੋਮੀਟਰ 'ਚ ਬਦਲਣਾ, ਤਾਂ ਅਸੀਂ 1000 ਨਾਲ ਕੀ ਕਰ ਦਾਂਗੇ, ਭਾਗ ਕਰ ਦਾਂਗੇ। ਤਾਂ ਇੰਨੇ ਇਹਦੇ ਕਿਲੋਮੀਟਰ ਬਣ ਗਏ। 7 ਮੀਟਰ ਸੀ ਜਿਹੜਾ, ਜਦੋਂ ਇਸ ਨੂੰ 1000 ਨਾਲ ਭਾਗ ਕਰਤਾ ਤਾਂ ਇਹ ਕੀ ਬਣ ਗਿਆ, ਕਿਲੋਮੀਟਰ, ਕਿਉਂਕਿ 1 ਕਿਲੋਮੀਟਰ 'ਚ 1000 ਮੀਟਰ ਹੁੰਦੇ ਆ। ਤਾਂ ਇਹਨੂੰ ਅਸੀਂ ਪੁਆਇੰਟਾਂ 'ਚ ਬਦਲਿਆ, 3 ਵਜੀਰ ਮੈਂ ਥੱਲੇ, ਤਾਂ 3 ਬਾਅਦ ਕੀ ਲੱਗੂਗਾ, ਬਿੰਦੂ, ਇਹ ਬਣ ਜਾਓ 0.007। ਹੁਣ ਇਹ ਇੰਨੇ ਕਿਲੋਮੀਟਰ ਤਾਂ ਇਹ ਹੋ ਗਏ, 2 ਕਿਲੋਮੀਟਰ ਆਪਣੇ ਕੋਲੇ ਪਹਿਲਾਂ ਹੀ ਪੂਰੇ ਸੀ, ਤਾਂ ਸਾਰੇ ਕਿਲੋਮੀਟਰ ਟੋਟਲ ਕਿੰਨੇ ਹੋ ਗਏ, 2.007 ਕਿਲੋਮੀਟਰ। 2 ਅਸੀਂ ਜੋੜਤਾ ਇਹਦੇ ਵਿੱਚ, ਤਾਂ ਇਹ ਸਾਡਾ ਕੀ ਬਣ ਗਿਆ, ਰਾਈਟ ਆਨਸਰ ਬਣ ਗਿਆ। ਤਾਂ ਦੇਖੋ ਕਿੱਥੇ ਹੈ, ਇਹ ਸਾਡੇ ਕੋਲੇ ਥਰਡ ਆਪਸ਼ਨ ਦੇ ਵਿੱਚ ਹੈ। ਤੀਸਰਾ ਜਿਹੜਾ ਆਪਸ਼ਨ ਹੈ ਦੇਖੋ 2.007 ਕਿਲੋਮੀਟਰ। 13ਵਾਂ ਕੁਐਸਚਨ ਦੇਖੋ ਕੀ ਹੈ, ਜੇਕਰ ਇੱਕ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ 2:3 ਦੇ ਵਿੱਚ ਹੋਣ ਤਾਂ ਕੋਣਾਂ ਦਾ ਮਾਪ ਕੀ ਹੈ। ਤਾਂ ਅਸੀਂ ਦੱਸਣਾ ਹੈ। ਤਾਂ ਇਹਦੇ ਲਈ ਅਸੀਂ ਇੱਕ ਡਾਇਗਰਾਮ ਬਣਾ ਲੈਂਦੇ ਛੋਟਾ ਜਿਹਾ, ਤੁਹਾਨੂੰ ਸਮਝ ਆ ਜਾਊਗਾ। ਇੱਧਰਲੀ ਸਾਈਡ ਕਰਦੇ ਹਾਂ ਇਸ ਕੁਐਸਚਨ ਨੂੰ ਆਪਾਂ। ਮੰਨ ਕੇ ਚੱਲੋ ਇਸ ਤਰੀਕੇ ਨਾਲ ਅਸੀਂ ਇੱਕ ਸਮਾਂਤਰ ਚਤੁਰਭੁਜ ਬਣਾ ਲਈ। ਇਸ ਦੇ ਵਿੱਚ ਜਿਹੜੇ ਲਾਗਵੇਂ ਕੋਣ ਹੁੰਦੇ ਬੇਟਾ ਉਹ ਆਹ ਵਾਲੇ ਹੁੰਦੇ ਆ, ਜਿਹੜੇ ਇੱਕ ਭੁਜਾ ਦੇ ਉੱਪਰ ਹੋਣ। ਜਿਵੇਂ ਆਹ ਤੇ ਆਹ ਲੈ ਲਈਏ ਆਪਾਂ 2, ਠੀਕ ਹੈ। ਕੋਈ ਵੀ 2 ਜਿਹੜੇ ਇੱਕ ਭੁਜਾ ਦੇ ਨਾਲ ਹੋਣ, ਇਸ ਭੁਜਾ ਤੇ ਅਸੀਂ 2 ਕੋਣ ਲੈ ਲਏ, ਇਹ ਲਾਗਵੇਂ ਕੋਣ ਹੈ। ਮੰਨ ਲਓ ਇਹ ਕੋਣ ਸਾਡੇ ਕੋਲੇ 2 ਹੈ, 2x ਹੈ, ਇਹ 3x ਹੈ। ਕਿਉਂ, ਕਿਉਂਕਿ ਜਿਹੜਾ ਇਹਨਾਂ ਦਾ ਅਨੁਪਾਤ ਸੀ ਸਾਨੂੰ ਕਿੰਨਾ ਦਿੱਤਾ ਹੋਇਆ ਸੀ, 2:3 ਦੇ ਵਿੱਚ ਹੈ। ਤਾਂ ਇਹਨਾਂ ਦੀ ਖਾਸੀਅਤ ਹੁੰਦੀ ਹੈ ਲਾਗਵੇਂ ਕੋਣਾਂ ਦੀ ਐਡਜੈਸੈਂਟ ਐਂਗਲਜ਼ ਦੀ, ਇਹਨਾਂ ਦਾ ਜਿਹੜਾ ਜੋੜ ਹੁੰਦਾ ਹੈ ਉਹ 180 ਡਿਗਰੀ ਦੇ ਬਰਾਬਰ ਹੁੰਦਾ ਹੈ। 2x + 3x ਕਾਹਦੇ ਬਰਾਬਰ ਹੋਊਗਾ, 180 ਡਿਗਰੀ ਦੇ। ਇੱਥੋਂ 5x ਦੀ ਵੈਲਿਊ ਆ ਗਈ, 2x ਤੇ 3x ਨੂੰ ਜੋੜਤਾ, 5x ਬਰਾਬਰ ਕਿੰਨਾ ਹੋ ਗਿਆ, 180 ਡਿਗਰੀ। x ਦੀ ਵੈਲਿਊ ਕਿੰਨੀ ਆ ਗਈ, 180 ਡਿਗਰੀ ਬਟਾ 5। ਤਾਂ ਇਹਨੂੰ ਕੱਟਾਂਗੇ, 5 ਤੀਏ 15, 5 ਛਿੱਕਾ 30, ਤਾਂ ਕਿੰਨਾ ਆ ਗਿਆ, x ਦੀ ਕੀਮਤ ਕਿੰਨੀ ਆ ਗਈ, 36 ਡਿਗਰੀ। ਹੁਣ ਦੇਖੋ ਸਾਨੂੰ ਕੋਣ ਪੁੱਛਿਆ ਹੋਇਆ ਸੀ, ਤਾਂ ਇੱਥੋਂ ਅਸੀਂ ਦੇਖੋ ਜਿਹੜਾ ਪਹਿਲਾ ਕੋਣ ਹੈ, ਪਹਿਲਾ ਕੋਣ ਅਸੀਂ ਮੰਨਿਆ ਸੀ 2x, ਤਾਂ 2x ਲਿਖ ਲਿਆ। x ਦੀ ਕੀਮਤ ਕਿੰਨੀ ਅਸੀਂ ਭਰਾਂਗੇ, 2 × 36, ਤਾਂ 36 ਦੂਣਾ 72 ਡਿਗਰੀ। ਪਹਿਲਾ ਕੋਣ ਸਾਡੇ ਕੋਲੇ ਕਿੰਨਾ ਆ ਗਿਆ, 72 ਡਿਗਰੀ। ਇਸੇ ਤਰ੍ਹਾਂ ਜੇ ਅਸੀਂ ਦੂਸਰਾ ਕੋਣ ਕੱਢਣਾ ਹੋਵੇ ਤਾਂ ਉਹ ਕਿੰਨਾ ਹੋਊਗਾ, ਦੂਸਰਾ ਕੋਣ 3x ਸੀਗਾ, 3 × 36, 36 ਤੀਆ 108 ਡਿਗਰੀ। ਤਾਂ ਦੇਖੋ ਜਿੱਥੇ 72 ਡਿਗਰੀ ਔਰ 108 ਡਿਗਰੀ ਹੈ ਉਹੀ ਸਾਡਾ ਕੀ ਹੈਗਾ, ਰਾਈਟ ਆਨਸਰ ਹੈ। ਇਹਦਾ ਸਕਰੀਨਸ਼ਾਟ ਲੈ ਲਓ ਬੇਟਾ, ਤਾਂ ਕਿ ਤੁਸੀਂ ਕਾਪੀ ਦੇ ਉੱਪਰ ਇਸ ਨੂੰ ਵਧੀਆ ਨੋਟ ਕਰ ਸਕੋ ਔਰ ਵਧੀਆ ਤਰੀਕੇ ਨਾਲ ਇਹਨੂੰ ਸਮਝ ਸਕੋ। ਤਾਂ ਇਹ ਸਾਡਾ ਕੀ ਹੈ, ਰਾਈਟ ਆਨਸਰ ਹੈ। ਅੱਗੇ ਹੈਗਾ, ਜੇਕਰ ਇੱਕ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਬਰਾਬਰ ਹੋਣ ਤਾਂ ਸਮਾਂਤਰ ਚਤੁਰਭੁਜ ਕੀ ਹੁੰਦਾ ਹੈ। ਲਾਗਵੇਂ ਕੋਣ ਹੁਣ ਕੀ ਹੋ ਗਏ, ਬਰਾਬਰ ਹੋ ਗਏ। ਤਾਂ ਇਹ ਵੀ ਕੁਐਸਚਨ ਆਪਾਂ ਕਰਦੇ ਹਾਂ। ਇੱਕ ਮਿੰਟ,
ਮੰਨ ਕੇ ਚੱਲੋ ਆਪਣੇ ਕੋਲੇ ਬੇਟਾ ਸਮਾਂਤਰ ਚਤੁਰਭੁਜ ਹੈ, ਇਸ ਦੇ ਆ ਜਿਹੜੇ ਲਾਗਵੇਂ ਕੋਣ ਸੀ ਪਹਿਲਾਂ ਵਾਂਗੂ ਹੀ ਇਹ ਦੋਨੋਂ ਕੀ ਹੈ ਬਰਾਬਰ ਹੈ। ਪਹਿਲਾਂ ਵਾਲੇ ਕੀ ਸੀ 2:3 ਦੇ ਵਿੱਚ ਸੀ, ਹੁਣ ਦੋਨੋਂ ਕੀ ਹੈ ਇਹ ਬਰਾਬਰ ਹੈ। ਜਦੋਂ ਇਹ ਬਰਾਬਰ ਹੋ ਗਏ, ਮੰਨ ਲਓ ਇਹ ਕੋਣ ਵੀ x ਹੈ, ਇਹ ਕੋਣ ਵੀ x ਹੈ, ਤਾਂ x + x ਨੂੰ ਜਦੋਂ ਅਸੀਂ 180 ਡਿਗਰੀ ਦੇ ਬਰਾਬਰ ਰੱਖਾਂਗੇ, ਜਿਵੇਂ ਪਹਿਲਾਂ ਵਾਲੇ ਕੁਐਸਚਨ ਦੇ ਵਿੱਚ ਰੱਖਿਆ ਸੀ, ਕਿਉਂਕਿ ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ, ਤਾਂ 2x ਬਰਾਬਰ ਕਿੰਨਾ ਹੋ ਗਿਆ 180 ਡਿਗਰੀ, ਔਰ x ਦੀ ਕੀਮਤ ਕਿੰਨੀ ਆ ਗਈ 180 ਡਿਗਰੀ ਬਟਾ 2 ਕੱਟ ਕੇ ਕਿੰਨਾ ਆ ਗਿਆ 90 ਡਿਗਰੀ। ਤਾਂ x ਦੀ ਜਿਹੜੀ ਵੈਲਿਊ ਹੈ ਉਹ ਆ ਗਈ 90 ਡਿਗਰੀ। ਤਾਂ ਯਾਨੀ ਆਹ ਕੋਣ ਵੀ ਸਾਡੇ ਕੋਲੇ ਸਮਕੋਣ ਹੈ ਤੇ ਆਹ ਕੋਣ ਵੀ ਸਾਡੇ ਕੋਲੇ ਕੀ ਹੈ ਸਮਕੋਣ ਹੈ। ਤਾਂ ਜਦੋਂ ਸਮਾਂਤਰ ਚਤੁਰਭੁਜ ਦੇ ਸਾਰੇ ਕੋਣ 90-90 ਦੇ ਹੋ ਗਏ ਤਾਂ ਉਹ ਕਿਹੜੀ ਡਾਇਗਰਾਮ ਬਣੂਗੀ, ਆਇਤ ਬਣ ਜੂਗੀ। ਔਰ ਕਿਸ ਤਰ੍ਹਾਂ ਦੀ ਦਿਖੂਗੀ ਤੁਹਾਨੂੰ ਇਹ ਸਮਾਂਤਰ ਚਤੁਰਭੁਜ ਜਿਹਦੇ ਕੋਣ 90 ਦੇ ਹੋ ਗਏ, ਤਾਂ ਇਹੀ ਸਾਡੇ ਕੋਲ ਜਿਹੜੀ ਸਮਾਂਤਰ ਚਤੁਰਭੁਜ ਹੈ ਇਸ ਤਰੀਕੇ ਨਾਲ ਬਣ ਜੂਗੀ। ਕਿਉਂ? ਕਿਉਂਕਿ ਜਦੋਂ ਆਹ ਜਿਹੜਾ ਐਂਗਲ x ਹੈ ਇਹ 90 ਡਿਗਰੀ ਦਾ ਹੋ ਗਿਆ ਇਸ ਤਰੀਕੇ ਨਾਲ ਚੌਰਸ ਬਿਲਕੁਲ, ਤਾਂ ਸਾਡੇ ਕੋਲ ਜਿਹੜੀ ਡਾਇਗਰਾਮ ਹੈ ਇਸ ਤਰ੍ਹਾਂ ਦੀ ਦਿਖੂਗੀ, ਇਹ ਕਨਵਰਟ ਹੋ ਜੂਗੀ। ਤਾਂ ਇਸ ਨੂੰ ਅਸੀਂ ਕੀ ਕਹਿੰਦੇ ਹੁੰਦੇ ਆ, ਆਇਤ ਕਹਿੰਦੇ ਹੁੰਦੇ ਆ, ਰੈਕਟੈਂਗਲ ਕਹਿੰਦੇ ਹੁੰਦੇ ਆ। ਤਾਂ ਇਸ ਕਰਕੇ ਦਾ ਜਿਹੜਾ ਆਨਸਰ ਸੀ ਉਹ ਕੀ ਸੀਗਾ, ਆਇਤ। ਤਾਂ ਸਾਡਾ ਰਾਈਟ ਆਨਸਰ ਦੇਖੋ ਕੀ ਹੈਗਾ, ਪਹਿਲਾ ਆਪਸ਼ਨ ਸਾਡਾ ਰਾਈਟ ਆਨਸਰ ਹੈ। ਅੱਗੇ ਹੈਗਾ ਇੱਕ ਬਹੁ ਫਲਕ ਸਾਡੇ ਕੋਲੇ ਦਿੱਤਾ ਹੋਏਗਾ, ਉਸ ਦੇ ਵਿੱਚ f ਕਿੰਨਾ ਹੈ 5 ਹੈ, e 8 ਹੈ, ਤਾਂ v ਦੀ ਵੈਲਿਊ ਕੱਢਣੀ ਹੈ। ਇਸ ਨੂੰ ਆਪਾਂ ਸ਼ਾਰਟਕਟ ਮੈਥਡ ਨਾਲ ਬੇਟਾ ਤੁਹਾਨੂੰ ਸਮਝਾਉਣੇ ਇਸ ਕੁਐਸਚਨ ਨੂੰ, ਬਿਲਕੁਲ ਆਸਾਨੀ ਨਾਲ ਤੁਸੀਂ ਕਰ ਸਕਦੇ ਹੋ। ਇੱਕ ਸਾਡੇ ਕੋਲੇ ਫਾਰਮੂਲਾ ਹੁੰਦਾ ਹੈ ਈਊਲਰ ਫਾਰਮੂਲਾ, ਕਈ ਵਾਰ ਪੇਪਰ ਦੇ ਵਿੱਚ ਇਹ ਫਾਰਮੂਲਾ ਬੇਟਾ ਦਿੱਤਾ ਹੁੰਦਾ, ਸਾਨੂੰ ਪੁੱਛਿਆ ਜਾਂਦਾ ਹੁੰਦਾ ਇਸ ਫਾਰਮੂਲੇ ਦਾ ਨਾਂ ਕੀ ਹੈ, ਤੇ ਇਹਦਾ ਨਾਮ ਕੀ ਹੈ ਇਸ ਫਾਰਮੂਲੇ ਦਾ, ਈਊਲਰ ਫਾਰਮੂਲਾ। ਉਹ ਹੁੰਦਾ ਕੀ ਹੈ f + b ਬਰਾਬਰ e + 2, e + 2। ਕਈ ਵਾਰ ਬੱਚੇ ਇਸੇ ਫਾਰਮੂਲੇ ਨੂੰ ਇਸ ਤਰੀਕੇ ਨਾਲ ਵੀ ਲਿਖ ਲੈਂਦੇ ਆ, f - e + b ਬਰਾਬਰ 2। ਤਾਂ ਇਹਦੇ ਨਾਲ ਥੋੜਾ ਜਿਹਾ ਤੁਹਾਨੂੰ ਟਫ ਲੱਗੂਗਾ ਕੁਐਸਚਨ ਕਰਨਾ, ਪਰ ਜਿਵੇਂ ਆਪਾਂ ਲਿਖਿਆ ਹੋਇਆ f + b ਬਰਾਬਰ e + 2, ਇਹਦੇ ਨਾਲ ਤੁਸੀਂ ਆਸਾਨੀ ਨਾਲ ਹੀ ਕੁਐਸਚਨ ਕਰ ਲਓਗੇ, ਕਿਉਂਕਿ ਮਾਈਨਸ ਦਾ ਚੱਕਰ ਖਤਮ ਹੋ ਜਾਂਦਾ ਹੈ। f ਦੀ ਵੈਲਿਊ ਤੁਸੀਂ ਦੇਖੋ ਕਿੰਨੀ ਦਿੱਤੀ ਹੈ 5, ਜਿਹੜੀ ਵੈਲਿਊ ਦਿੱਤੀ ਹੈ ਉਹ ਭਰੀ ਚਲੋ। b ਦੀ ਵੈਲਿਊ ਨਹੀਂ ਦਿੱਤੀ, v ਦਾ v ਰੱਖ ਲਓ, ਬਰਾਬਰ e ਦੀ ਵੈਲਿਊ ਕਿੰਨੀ ਦਿੱਤੀ ਹੋਈ ਦੇਖੋ 8 ਦਿੱਤੀ ਹੋਈ ਹੈ ਕੁਐਸਚਨ ਦੇ ਵਿੱਚ, +2 ਦਾ +2 ਲਿਖ ਲਿਆ। ਹੁਣ ਦੋਨੋਂ ਪਾਸੇ ਸੋਲਵ ਕਰਦੇ ਹਾਂ। ਇੱਧਰ ਤਾਂ ਦੇਖੋ 5 + b ਉਵੇਂ ਹੀ ਆ ਗਿਆ, ਇੱਧਰ ਅਸੀਂ 8 ਤੇ 2 ਨੂੰ ਜੋੜ ਦਾਂਗੇ, ਕਿੰਨਾ ਆ ਗਿਆ 10। ਹੁਣ ਦੇਖੋ ਇੱਧਰਲੀ ਸਾਈਡ ਸੱਜੇ ਹੱਥ ਸਾਡੇ ਕੋਲੇ 10 ਬਣਦਾ, ਜੇ ਇੱਧਰ ਵੀ ਅਸੀਂ ਜੋੜ 10 ਬਣਾਉਣਾ ਹੋਵੇ ਤਾਂ b ਕਿੰਨਾ ਹੋਊਗਾ, 5 ਦੇ ਵਿੱਚ ਕਿੰਨਾ ਜੋੜੀਏ ਵੀ 10 ਬਣ ਜੇ, ਤਾਂ 5 ਹੀ ਜੋੜਨਾ ਪਊਗਾ, 5 ਤੇ 5 10 ਹੁੰਦਾ ਹੈਗਾ ਸਾਨੂੰ ਪਤਾ। ਤਾਂ ਸਾਡੇ ਕੋਲੇ ਜਿਹੜੀ v ਦੀ ਵੈਲਿਊ ਉਹ ਕਿੰਨੀ ਆ ਗਈ 5 ਆ ਗਈ। ਤੇ ਜੇ ਦੂਸਰੇ ਤਰੀਕੇ ਨਾਲ ਇੱਥੋਂ ਸੋਲਵ ਕਰਨਾ ਹੋਵੇ, 5 ਨੂੰ ਜੇ ਅਸੀਂ ਉਧਰਲੀ ਸਾਈਡ ਲੈ ਜਾਈਏ ਕਾਹਦਾ ਹੋ ਜਾਊਗਾ ਮਾਈਨਸ ਦਾ, 10 ਚੋਂ 5 ਘਟਾਏ ਕਿੰਨਾ ਆ ਗਿਆ 5। ਤਾਂ ਇਹਦਾ ਆਨਸਰ ਕੀ ਹੈ ਸਾਡੇ ਕੋਲੇ, ਦੂਸਰਾ ਆਪਸ਼ਨ ਸਾਡਾ ਰਾਈਟ ਆਨਸਰ ਹੈ। ਅੱਗੇ ਜਿਹੜੇ ਕੁਐਸਚਨ ਬਾਕੀ ਰਹਿ ਗਏ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਵਰ ਕਰਾਂਗੇ। ਤਾਂ ਪਹਿਲੇ 15 ਕੁਐਸਚਨ ਬੇਟਾ ਤੁਸੀਂ ਆਪਣੀ ਕਾਪੀ ਦੇ ਉੱਪਰ ਨੋਟ ਕਰ ਲੈਣੇ ਆ। ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਏ ਹੋਣਗੇ। ਤਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਔਰ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਉਸ ਨੂੰ ਔਨ ਕਰ ਦਿਓ, ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤਾਂ ਜਿਹੜਾ ਉਹਦਾ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਜਾਵੇ। ਤਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਧੰਨਵਾਦ।